ਮੇਰਾ ਭਰਾ ਵਿਦੇਸ਼ ਵਿੱਚ ਨੌਕਰੀ ਕਰਦਾ ਸੀ। ਮੇਰੀ ਭਾਬੀ ਹਰ ਰੋਜ਼ ਮੇਰੇ ਕੋਲੋਂ ਦੁਕਾਨ ਤੋਂ ਇੱਕ ਚੀਜ਼ ਮੰਗਵਾਉਂਦੀ ਸੀ। ਮੈਨੂੰ ਉਸ ਚੀਜ਼ ਨੂੰ ਲੈਣ ਵਿੱਚ ਬਹੁਤ ਸ਼ਰਮ ਆਉਂਦੀ ਸੀ। ਮੈਂ ਸੋਚਦਾ ਸੀ ਕਿ ਭਰਾ ਤਾਂ ਨਹੀਂ ਹੈ, ਫਿਰ ਭਾਬੀ ਇਸ ਦਾ ਕੀ ਕਰਦੀ ਹੈ। ਇਹ ਜਾਣਨ ਦੇ ਲਈ ਮੈਂ ਇੱਕ ਦਿਨ ਉਹਨਾਂ ਦੇ ਕਮਰੇ ਦੀ ਖਿੜਕੀ ਤੋਂ ਝਾਕ ਕੇ ਦੇਖਿਆ ਤਾਂ ਅਜੀਬੋ-ਗਰੀਬ ਆਵਾਜ਼ ਆ ਰਹੀ ਸੀ ਤੇ ਭਾਬੀ ਉਸ ਨਾਲ ਆਪਣੇ ਜਿਸਮ ਦੇ ਉਸ ਹਿੱਸੇ ਤੇ, ਜਿਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੇਰਾ ਨਾਮ ਮਨੀਸ਼ ਹੈ। ਅਸੀਂ ਦੋ ਭਰਾ ਹਾਂ। ਮੈਂ ਆਪਣੇ ਭਰਾ ਤੋਂ ਛੋਟਾ ਹਾਂ। ਮੇਰੇ ਵੱਡੇ ਭਾਈ ਦਾ ਵਿਆਹ 2 ਮਹੀਨੇ ਪਹਿਲਾਂ ਹੀ ਹੋਇਆ ਹੈ। ਮੇਰਾ ਭਰਾ ਦੁਬਈ ਵਿੱਚ ਨੌਕਰੀ ਕਰਦਾ ਹੈ। ਉਹ ਦਫ਼ਤਰ ਤੋਂ ਵਿਆਹ ਲਈ ਛੁੱਟੀ ਲੈ ਕੇ ਘਰ ਆਏ ਸੀ ਤੇ ਹੁਣ ਛੁੱਟੀ ਖਤਮ ਹੋਣ ਤੇ ਉਹ ਵਾਪਸ ਚਲੇ ਗਏ। ਭਾਬੀ ਮੇਰੇ ਤੋਂ ਰੋਜ਼ ਦੁਕਾਨ ਤੋਂ ਇੱਕ ਚੀਜ਼ ਮੰਗਵਾਉਂਦੀ ਸੀ, ਜਿਸ ਨੂੰ ਲੈਣ ਵਿੱਚ ਮੈਨੂੰ ਬਹੁਤ ਸ਼ਰਮ ਆਉਂਦੀ ਸੀ। ਮੈਂ ਸੋਚਿਆ ਭਰਾ ਹੈ ਨਹੀਂ, ਫਿਰ ਭਾਬੀ ਇਸ ਦਾ ਕੀ ਕਰਦੀ ਹੈ। ਮੈਂ ਆਪਣੀ ਭਾਬੀ ਤੋਂ ਅੱਜ ਕੱਲ੍ਹ ਬਹੁਤ ਨਜ਼ਰ ਚੁਰਾਉਂਦਾ ਸੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਮੈਨੂੰ ਫਿਰ ਤੋਂ ਉਹੀ ਕੰਮ ਦੇਣ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਉਹਨਾਂ ਤੋਂ ਨਜ਼ਰ ਚੁਰਾਉਂਦਾ ਸੀ। ਮੈਂ ਚੋਰੀ ਬਾਹਰ ਨਿਕਲਦਾ ਕਿ ਭਾਬੀ ਨੂੰ ਪਤਾ ਨਾ ਚੱਲੇ ਕਿ ਮੈਂ ਘਰ ਤੋਂ ਬਾਹਰ ਜਾ ਰਿਹਾ ਹਾਂ। ਪਰ ਅੱਜ ਉਹਨਾਂ ਨੇ ਮੈਨੂੰ ਦੇਖ ਲਿਆ ਤੇ ਫਿਰ ਤੋਂ ਉਹ ਕੰਮ ਦੱਸ ਦਿੱਤਾ। ਪਰ ਮੈਂ ਉਹ ਕੰਮ ਨਹੀਂ ਕਰਨਾ ਚਾਹੁੰਦਾ ਸੀ। ਮੈਂ ਮੁਹੱਲੇ ਦੀ ਕਿਰਿਆਨੇ ਦੀ ਦੁਕਾਨ ਵੱਲ ਜਾ ਰਿਹਾ ਸੀ। ਭਾਬੀ ਨੇ ਮੇਰੇ ਤੋਂ ਇੱਕ ਐਦਾਂ ਦੀ ਚੀਜ਼ ਮੰਗਵਾਈ ਜੋ ਮੈਂ ਉਹਨਾਂ ਲਈ ਨਹੀਂ ਲੈਣਾ ਚਾਹੁੰਦਾ ਸੀ, ਕਿਉਂਕਿ ਦੁਕਾਨ ਵਾਲਾ ਵੀ ਹੁਣ ਮੇਰਾ ਮਜ਼ਾਕ ਉਡਾਉਣ ਲੱਗਿਆ ਸੀ। ਪਰ ਮੈਂ ਭਾਬੀ ਨੂੰ ਮਨਾ ਕਿਵੇਂ ਕਰਦਾ। ਮਾਂ ਨੇ ਵੀ ਕਿਹਾ ਸੀ ਕਿ ਭਾਈ ਘਰ ਵਿੱਚ ਨਹੀਂ ਹੈ, ਤਾਂ ਜੇ ਭਾਬੀ ਕੋਈ ਚੀਜ਼ ਮੰਗਵਾਵੇ ਤਾਂ ਮਨਾ ਨਾ ਕਰੇ। ਇਸ ਲਈ ਮੈਂ ਉਹਨਾਂ ਦੀ ਹਰ ਗੱਲ ਮੰਨਦਾ ਸੀ। ਮੈਂ ਦੁਕਾਨ ਤੇ ਪਹੁੰਚ ਗਿਆ, ਪਰ ਦੁਕਾਨ ਬੰਦ ਸੀ। ਇਸ ਲਈ ਮੈਂ ਦੁਕਾਨ ਖੁੱਲ੍ਹਣ ਦਾ ਇੰਤਜ਼ਾਰ ਕਰਨ ਲੱਗਿਆ। ਥੋੜ੍ਹੀ ਦੇਰ ਬਾਅਦ ਜਿਵੇਂ ਹੀ ਦੁਕਾਨਦਾਰ ਨੇ ਦੁਕਾਨ ਖੋਲ੍ਹੀ ਤਾਂ ਮੈਂ ਅੱਗੇ ਹੀ ਖੜਾ ਸੀ ਤੇ ਦੁਕਾਨਦਾਰ ਨੂੰ ਕਿਹਾ, ਇਹ ਪੈਸੇ ਲਓ ਤੇ ਇੱਕ ਵੱਡੀ ਵਾਲੀ ਮੋਮਬੱਤੀ ਦੇ ਦਿਓ ਜੋ ਸਭ ਤੋਂ ਮੋਟੀ ਹੁੰਦੀ ਹੈ। ਦੁਕਾਨ ਵਾਲਾ ਹੱਸ ਪਿਆ ਤੇ ਕਹਿਣ ਲੱਗਾ, ਰੋਜ਼ ਇੰਨੀ ਸਾਰੀ ਮੋਮਬੱਤੀਆਂ ਦਾ ਕਰਦੇ ਕੀ ਹੋ? ਤੁਸੀਂ ਤਾਂ ਪੈਸੇ ਵਾਲੇ ਲੋਕ ਹੋ। ਤੇਰਾ ਭਾਈ ਵੀ ਵਿਦੇਸ਼ ਵਿੱਚ ਨੌਕਰੀ ਕਰਦਾ ਹੈ, ਇੱਕ ਇਨਵਰਟਰ ਕਿਉਂ ਨਹੀਂ ਲਗਵਾ ਲੈਂਦੇ? ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਵੀ ਲੋਕ ਲਾਈਟ ਜਾਣ ਦੇ ਬਾਅਦ ਮੋਮਬੱਤੀ ਜਲਾ ਕੇ ਕੰਮ ਕਰਦੇ ਹਨ। ਇਹ ਸੁਣ ਕੇ ਮੈਨੂੰ ਦੁਕਾਨਦਾਰ ਤੇ ਬਹੁਤ ਗੁੱਸਾ ਆ ਗਿਆ। ਮੈਂ ਉਸ ਨੂੰ ਕਿਹਾ ਕਿ ਮੇਰਾ ਸਮਾਨ ਦੇ ਦੇ, ਹੋਰ ਵੀ ਕੰਮ ਹੈ ਮੈਨੂੰ। ਮੇਰਾ ਉਸ ਨੂੰ ਕਹਿਣ ਦਾ ਇਹ ਮਤਲਬ ਸੀ ਕਿ ਤੂੰ ਆਪਣੇ ਕੰਮ ਨਾਲ ਕੰਮ ਰੱਖ, ਤੇਰਾ ਕੰਮ ਹੈ ਸਮਾਨ ਵੇਚਣਾ। ਮੈਂ ਉਹ ਮੋਮਬੱਤੀ ਲਈ ਤੇ ਘਰ ਵਾਪਸ ਆ ਗਿਆ। ਭਾਬੀ ਘਰ ਦੇ ਬਾਹਰ ਹੀ ਮੇਰੇ ਇੰਤਜ਼ਾਰ ਵਿੱਚ ਖੜੀ ਸੀ। ਵਿਆਹ ਤੋਂ ਬਾਅਦ ਜਦੋਂ ਮੇਰੀ ਭਾਬੀ ਘਰ ਆਈ ਤਾਂ ਰਿਸ਼ਤੇਦਾਰ ਤੇ ਮੁਹੱਲੇ ਵਾਲੇ ਵੀ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਸੀ ਕਿ ਕੋਈ ਕੁੜੀ ਇੰਨੀ ਸੋਹਣੀ ਕਿਵੇਂ ਹੋ ਸਕਦੀ ਹੈ। ਭਾਬੀ ਦੀ ਇੰਨੀ ਸੁੰਦਰਤਾ ਦੇਖ ਕੇ ਮੇਰੀ ਮਾਂ ਨੇ ਸੋਚ ਲਿਆ ਸੀ ਉਹ ਆਪਣੇ ਮੁੰਡੇ ਦਾ ਵਿਆਹ ਇਸ ਕੁੜੀ ਦੇ ਨਾਲ ਹੀ ਕਰੇਗੀ। ਜਦੋਂ ਵੀ ਕੋਈ ਰਿਸ਼ਤੇਦਾਰ ਜਾਂ ਪਿੰਡ ਵਾਲੇ ਸਾਡੇ ਘਰ ਆਉਂਦੇ ਸੀ ਤਾਂ ਭਾਬੀ ਨੂੰ ਜ਼ਰੂਰ ਪੁੱਛਦੇ ਸੀ ਕਿ ਕੀ ਤੇਰੀ ਕੋਈ ਭੈਣ ਹੈ? ਪਰ ਭਾਬੀ ਇਕਲੌਤੀ ਸੀ। ਭਾਬੀ ਮੇਰੇ ਹੱਥ ਵਿੱਚ ਮੋਮਬੱਤੀ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਗਈ। ਉਹਨਾਂ ਨੇ ਖੁਸ਼ੀ ਮੇਰੇ ਹੱਥ ਤੋਂ ਮੋਮਬੱਤੀ ਲੈ ਲਈ ਤੇ ਉਸ ਦੇ ਅੰਦਰ ਦਾ ਧਾਗਾ ਕੱਢ ਕੇ ਸੁੱਟ ਦਿੱਤਾ। ਫਿਰ ਆਪਣੇ ਕਮਰੇ ਵਿੱਚ ਚਲੀ ਗਈ। ਸ਼ਾਮ ਹੋ ਚੁੱਕੀ ਸੀ। ਉਹ ਸ਼ਾਮ ਹੋਣ ਤੋਂ ਬਾਅਦ ਕੋਈ ਕੰਮ ਵੀ ਨਹੀਂ ਕਰਦੀ ਸੀ, ਆਪਣੇ ਕਮਰੇ ਵਿੱਚ ਇਕੱਲੀ ਰਹਿੰਦੀ ਸੀ। ਮਾਂ ਕਹਿੰਦੀ ਸੀ, ਮੇਰਾ ਅਮਰ ਪੁੱਤ, ਮਤਲਬ ਕਿ ਮੇਰਾ ਭਰਾ ਭਾਬੀ ਨੂੰ ਸ਼ਾਮ ਦੇ ਸਮੇਂ ਫੋਨ ਕਰਦਾ ਹੋਵੇਗਾ, ਕਿਉਂਕਿ ਦਿਨ ਵਿੱਚ ਦਫ਼ਤਰ ਵਿੱਚ ਰਹਿਣ ਦੀ ਵਜ੍ਹਾ ਨਾਲ ਗੱਲ ਨਹੀਂ ਹੋ ਪਾਉਂਦੀ ਹੋਵੇਗੀ। ਹੁਣੇ ਤਾਂ ਇਹਨਾਂ ਦੋਨਾਂ ਦਾ ਵਿਆਹ ਹੋਇਆ ਹੈ ਤੇ ਇਹ ਦੋਵੇਂ ਅਲੱਗ ਹੋ ਗਏ। ਪਰ ਕੋਈ ਗੱਲ ਨਹੀਂ, ਕੁਝ ਦਿਨ ਬਾਅਦ ਮੇਰਾ ਅਮਰ ਹਮੇਸ਼ਾ ਦੇ ਲਈ ਆਪਣੇ ਦੇਸ਼ ਵਿੱਚ ਹੀ ਸ਼ਿਫਟ ਹੋ ਜਾਵੇਗਾ। ਪਰ ਹੁਣ ਮੇਰੀ ਨੂੰਹ ਦਾ ਦਿਲ ਤਾਂ ਦੁਖਦਾ ਹੀ ਹੋਵੇਗਾ। ਮੇਰੀ ਮਾਂ ਨੂੰ ਮੇਰੀ ਭਾਬੀ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਸੀ। ਇਹ ਗੱਲ ਬਹੁਤ ਹੀ ਅਜੀਬ ਤੇ ਅਨੋਖੀ ਸੀ। ਇੱਕ ਸੱਸ ਹੋ ਕੇ ਵੀ ਉਹ ਮੇਰੀ ਭਾਬੀ ਨੂੰ ਇੰਨਾ ਪਿਆਰ ਕਰਦੀ ਸੀ। ਮੇਰੀ ਭਾਬੀ ਵੀ ਉਹਨਾਂ ਨਾਲ ਬਹੁਤ ਚੰਗੇ ਤਰੀਕੇ ਨਾਲ ਰਹਿੰਦੀ ਸੀ। ਪਰ ਸ਼ਾਮ ਹੁੰਦੇ ਹੀ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ। ਮੈਂ ਇਸ ਗੱਲ ਤੇ ਹੈਰਾਨ ਸੀ ਕਿ ਜੇ ਮੋਮਬੱਤੀ ਨੂੰ ਜਲਾ ਕੇ ਰੋਸ਼ਨੀ ਕਰਨ ਲਈ ਮੰਗਵਾਇਆ ਜਾਂਦਾ ਹੈ ਤਾਂ ਫਿਰ ਇਸ ਦਾ ਧਾਗਾ ਕਿਉਂ ਕੱਢਿਆ ਜਾਂਦਾ ਹੈ? ਕਿਉਂਕਿ ਧਾਗੇ ਤੋਂ ਬਿਨਾਂ ਤਾਂ ਮੋਮਬੱਤੀ ਜਲਦੀ ਨਹੀਂ। ਤਾਂ ਫਿਰ ਇਸ ਨੂੰ ਮੰਗਵਾਉਣ ਦਾ ਕੀ ਫਾਇਦਾ ਹੋਇਆ? ਮੈਨੂੰ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗਿਆ ਸੀ।
ਦੁਕਾਨ ਵਾਲਾ ਵੀ ਹੁਣ ਮੈਨੂੰ ਤਾਨੇ ਮਾਰਦਾ ਸੀ। ਮੈਂ ਦੂਜੀ ਦੁਕਾਨ ਤੇ ਜਾਣ ਦਾ ਸੋਚਿਆ, ਪਰ ਉਹ ਦੂਜੀ ਦੁਕਾਨ ਇੱਥੋਂ ਬਹੁਤ ਦੂਰ ਸੀ। ਇਸ ਵਿੱਚ ਮੇਰਾ ਬਹੁਤ ਸਮਾਂ ਖਰਾਬ ਹੁੰਦਾ ਤੇ ਮੈਂ ਗਰਮੀ ਵਿੱਚ ਇੰਨੀ ਦੂਰ ਨਹੀਂ ਜਾ ਸਕਦਾ ਸੀ। ਇਸ ਲਈ ਕੋਲ ਦੀ ਦੁਕਾਨ ਤੋਂ ਹੀ ਮੋਮਬੱਤੀ ਲੈਣ ਲੱਗਿਆ। ਪਰ ਮੋਮਬੱਤੀ ਅੱਜ ਕੱਲ੍ਹ ਸਸਤੀ ਕਿੱਥੋਂ ਮਿਲਦੀ ਹੈ। ਭਾਬੀ ਤੋਂ ਪੈਸੇ ਮੰਗਦੇ ਹੋਏ ਵੀ ਮੈਨੂੰ ਸ਼ਰਮ ਆਉਂਦੀ ਸੀ। ਜੋ ਮੇਰੇ ਕੋਲ ਪੈਸੇ ਸੀ ਉਹੀ ਖਰਚ ਕਰ ਰਿਹਾ ਸੀ ਤੇ ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਸੀ। ਪਰ ਇਹ ਸਭ ਕੁਝ ਕੀ ਹੋ ਰਿਹਾ ਸੀ? ਇਹ ਗੱਲ ਤਾਂ ਹੈ ਕਿ ਲਾਈਟ ਚਲੀ ਜਾਂਦੀ ਸੀ ਤੇ ਮੋਮਬੱਤੀ ਨੂੰ ਰੋਸ਼ਨੀ ਲਈ ਹੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਮਤਲਬ ਕਿ ਭਾਬੀ ਵੀ ਇਹੀ ਕਰਦੀ ਸੀ। ਮੈਂ ਇਸ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਤੰਗ ਆ ਚੁੱਕਿਆ ਸੀ। ਜਦੋਂ ਮੇਰੀ ਜੇਬ ਖਾਲੀ ਹੋ ਰਹੀ ਸੀ ਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਫਿਰ ਮੈਂ ਸੋਚਿਆ ਕਿਉਂ ਨਾ ਮੈਂ ਇੱਕ ਇਨਵਰਟਰ ਹੀ ਖਰੀਦ ਲਵਾਂ। ਫਿਰ ਮੋਮਬੱਤੀ ਤਾਂ ਨਹੀਂ ਖਰੀਦਣੀ ਪਵੇਗੀ। ਅਗਲੇ ਦਿਨ ਕੁਝ ਪੈਸੇ ਉਧਾਰ ਲੈ ਕੇ ਮੈਂ ਇੱਕ ਇਨਵਰਟਰ ਖਰੀਦ ਲਿਆ ਤੇ ਆਪਣੇ ਘਰ ਵਿੱਚ ਲਗਾ ਦਿੱਤਾ। ਹੁਣ ਮੈਨੂੰ ਪੂਰਾ ਯਕੀਨ ਸੀ ਇਸ ਦੇ ਬਾਅਦ ਭਾਬੀ ਮੈਨੂੰ ਮੋਮਬੱਤੀ ਲਿਆਉਣ ਲਈ ਨਹੀਂ ਕਹੇਗੀ, ਕਿਉਂਕਿ ਘਰ ਵਿੱਚ ਇਨਵਰਟਰ ਲੱਗ ਗਿਆ ਸੀ। ਘਰ ਵਾਲੇ ਵੀ ਖੁਸ਼ ਹੋ ਗਏ ਸੀ। ਮੰਮੀ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਪੈਸੇ ਨਾਲ ਘਰ ਵਿੱਚ ਇਨਵਰਟਰ ਲਵਾਇਆ ਹੈ। ਤੂੰ ਬਿਲਕੁਲ ਆਪਣੇ ਵੱਡੇ ਭਰਾ ਦੀ ਤਰ੍ਹਾਂ ਹੀ ਹੈ। ਉਹ ਆਪਣੇ ਬਾਰੇ ਬਾਅਦ ਵਿੱਚ ਸੋਚਦਾ ਹੈ, ਪਹਿਲਾਂ ਸਾਡੇ ਬਾਰੇ ਸੋਚਦਾ ਹੈ। ਇਸ ਲਈ ਤਾਂ ਵਿਚਾਰਾ ਮੇਰਾ ਭਰਾ ਵਿਆਹ ਤੋਂ ਬਾਅਦ ਇੰਨੀ ਜਲਦੀ ਕੰਮ ਤੇ ਚਲਾ ਗਿਆ। ਹੁਣੇ ਤਾਂ ਇਹਨਾਂ ਦਾ ਵਿਆਹ ਹੋਇਆ ਹੀ ਸੀ, ਪਰ ਉਹਨਾਂ ਦੀ ਪਤਨੀ ਬਹੁਤ ਚੰਗੀ ਹੈ, ਕਦੇ ਕੋਈ ਸ਼ਿਕਾਇਤ ਨਹੀਂ ਕਰਦੀ। ਮੈਨੂੰ ਵਿਸ਼ਵਾਸ ਸੀ ਕਿ ਹੁਣ ਭਾਬੀ ਵੀ ਮੈਨੂੰ ਉਹ ਕੰਮ ਨਹੀਂ ਦੇਵੇਗੀ। ਪਰ ਮੈਂ ਤਾਂ ਹੈਰਾਨ ਰਹਿ ਗਿਆ ਜਦੋਂ ਅਗਲੇ ਦਿਨ ਭਾਬੀ ਨੇ ਮੈਨੂੰ ਪੈਸੇ ਦਿੱਤੇ ਤੇ ਕਿਹਾ, ਮੇਰੇ ਲਈ ਇੱਕ ਮੋਮਬੱਤੀ ਲੈ ਆਓ। ਕੱਲ ਵੀ ਤੂੰ ਲੈ ਕੇ ਨਹੀਂ ਆਇਆ ਸੀ। ਮੈਂ ਕਿਹਾ, ਭਾਬੀ ਤੁਹਾਨੂੰ ਇਸ ਦੀ ਕੀ ਜ਼ਰੂਰਤ ਹੈ? ਹੁਣ ਤਾਂ ਇਨਵਰਟਰ ਵੀ ਲੱਗ ਗਿਆ ਹੈ। ਇਸ ਗੱਲ ਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਮੈਨੂੰ ਭਾਬੀ ਦੀ ਗੱਲ ਮੰਨਣੀ ਪਈ। ਪਰ ਮੈਂ ਹੈਰਾਨ ਸੀ ਕਿ ਹੁਣ ਤਾਂ ਇਨਵਰਟਰ ਵੀ ਲਗਵਾ ਦਿੱਤਾ ਹੈ, ਫਿਰ ਵੀ ਭਾਬੀ ਮੈਨੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ? ਖੈਰ, ਜੋ ਮੈਂ ਨਹੀਂ ਚਾਹੁੰਦਾ ਸੀ ਮੈਨੂੰ ਉਹ ਕਰਨਾ ਪਿਆ। ਇੱਕ ਦਿਨ ਮੈਂ ਭਾਬੀ ਨੂੰ ਪੁੱਛਿਆ ਕਿ ਭਾਬੀ ਤੁਸੀਂ ਇਸ ਮੋਮਬੱਤੀ ਦਾ ਕੀ ਕਰਦੇ ਹੋ? ਤਾਂ ਇਸ ਗੱਲ ਤੇ ਉਹ ਹੱਸਣ ਲੱਗੀ ਤੇ ਕਹਿਣ ਲੱਗੀ, ਮੈਂ ਰਾਤ ਨੂੰ ਆਪਣੇ ਕਮਰੇ ਦੀ ਖਿੜਕੀ ਖੋਲ ਦੇਵਾਂਗੀ। ਤੂੰ ਖੁਦ ਆਪਣੀਆਂ ਅੱਖਾਂ ਨਾਲ ਦੇਖ ਲੈਣਾ ਕਿ ਮੈਂ ਇਸ ਦਾ ਕੀ ਕਰਦੀ ਹਾਂ। ਮੈਂ ਭਾਬੀ ਦੀਆਂ ਗੱਲਾਂ ਤੋਂ ਹੈਰਾਨ ਰਹਿ ਗਿਆ। ਮੇਰੀ ਭਾਬੀ ਬਹੁਤ ਹੀ ਜ਼ਿਆਦਾ ਅਜੀਬ ਔਰਤ ਸੀ। ਉਸ ਦਿਨ ਉਹ ਮੇਰੇ ਨਾਲ ਅਜੀਬ ਕਿਸਮ ਦੀਆਂ ਗੱਲਾਂ ਕਰ ਰਹੀ ਸੀ। ਮੈਂ ਇਹ ਗੱਲ ਆਪਣੀ ਮਾਂ ਨੂੰ ਵੀ ਨਹੀਂ ਦੱਸ ਸਕਦਾ ਸੀ। ਇੱਕ ਦਿਨ ਭਰਾ ਦਾ ਫੋਨ ਆਇਆ ਤੇ ਉਹ ਮਾਂ ਨੂੰ ਕਹਿ ਰਿਹਾ ਸੀ ਕਿ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੇ ਮੇਰੀ ਪਤਨੀ ਨੂੰ ਬਹੁਤ ਪਿਆਰ ਨਾਲ ਰੱਖਿਆ ਹੋਇਆ ਹੈ, ਕਿਉਂਕਿ ਉਸ ਨੂੰ ਮੇਰਾ ਕੋਈ ਖਿਆਲ ਹੀ ਨਹੀਂ ਹੈ। ਉਹ ਮੈਨੂੰ ਫੋਨ ਵੀ ਨਹੀਂ ਕਰਦੀ ਤੇ ਮੈਂ ਉਸ ਨੂੰ ਫੋਨ ਕਰਦਾ ਹਾਂ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਫੋਨ ਰੱਖ ਦਿੰਦੀ ਹੈ। ਮੇਰੇ ਨਾਲ ਗੱਲ ਵੀ ਨਹੀਂ ਕਰਦੀ। ਮਾਂ ਨੇ ਕਿਹਾ, ਪਰ ਉਹ ਤਾਂ ਸ਼ਾਮ ਹੁੰਦੇ ਹੀ ਕਹਿੰਦੀ ਹੈ ਮੈਂ ਕਮਰੇ ਵਿੱਚ ਜਾ ਰਹੀ ਹਾਂ ਅਮਰ ਨਾਲ ਗੱਲ ਕਰਨ, ਕਿਉਂਕਿ ਸ਼ਾਮ ਨੂੰ ਅਮਰ ਦਫ਼ਤਰ ਤੋਂ ਘਰ ਆਉਂਦੇ ਹਨ ਤੇ ਮੈਨੂੰ ਫੋਨ ਕਰਦੇ ਹਨ। ਅਮਰ ਪੁੱਤ, ਇਸ ਲਈ ਮੈਂ ਨੂੰ ਤੰਗ ਨਹੀਂ ਕਰਦੀ ਹਾਂ ਕਿ ਤੇਰੇ ਨਾਲ ਗੱਲ ਕਰਦੀ ਹੋਵੇਗੀ। ਤੂੰ ਇੱਥੇ ਨਹੀਂ ਹੈ ਤਾਂ ਗੱਲ ਕਰਕੇ ਹੀ ਗੁਜ਼ਾਰਾ ਹੋ ਸਕਦਾ ਹੈ। ਮਾਂ ਦੀ ਗੱਲ ਸੁਣ ਕੇ ਭਰਾ ਹੈਰਾਨ ਸੀ। ਫਿਰ ਥੋੜੀ ਦੇਰ ਰੁਕ ਕੇ ਭਰਾ ਨੇ ਕਿਹਾ, ਨਹੀਂ ਐਦਾਂ ਕੁਝ ਨਹੀਂ ਹੈ, ਅਸੀਂ ਗੱਲ ਤਾਂ ਕਰਦੇ ਹਾਂ ਪਰ ਇੰਨਾ ਸਮਾਂ ਨਹੀਂ ਦਿੰਦੀ ਹੈ। ਭਰਾ ਨੇ ਵੀ ਸ਼ਾਇਦ ਭਾਬੀ ਦੀ ਇੱਜ਼ਤ ਰੱਖ ਲਈ ਸੀ, ਇਸ ਲਈ ਉਹਨਾਂ ਨੇ ਗੱਲ ਨੂੰ ਬਦਲ ਦਿੱਤਾ। ਭਰਾ ਦੀ ਗੱਲ ਸੁਣਨ ਤੋਂ ਬਾਅਦ ਹੁਣ ਮਾਂ ਨੂੰ ਵੀ ਭਾਬੀ ਤੇ ਸ਼ੱਕ ਹੋਣ ਲੱਗਿਆ ਸੀ। ਫਿਰ ਮਾਂ ਨੇ ਉਸ ਦੇ ਬਾਅਦ ਭਾਬੀ ਨੂੰ ਰਾਤ ਦਾ ਖਾਣਾ ਬਣਾਉਣ ਦਾ ਕੰਮ ਦੇ ਦਿੱਤਾ ਸੀ ਤੇ ਉਹਨਾਂ ਨੇ ਭਾਬੀ ਨੂੰ ਕਿਹਾ ਕਿ ਰਾਤ ਦਾ ਖਾਣਾ ਤੂੰ ਬਣਾਉਣਾ ਹੈ। ਖਾਣਾ ਬਣਾਉਣ ਦਾ ਇਹ ਮਤਲਬ ਸੀ ਕਿ ਉਸ ਨੂੰ ਹੀ ਖਾਣਾ ਬਣਾਉਣਾ ਸੀ। ਉਸ ਦੇ ਬਾਅਦ ਖਾਣੇ ਵਾਲੇ ਭਾਂਡੇ ਵੀ ਧੋਣੇ ਸੀ, ਜਿਸ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ। ਰਾਤ ਦੇ 11 ਤਾਂ ਵੱਜ ਹੀ ਜਾਂਦੇ ਸੀ। ਸਾਡੇ ਘਰ ਵਿੱਚ ਖਾਣਾ ਲੇਟ ਹੀ ਖਾਇਆ ਜਾਂਦਾ ਸੀ। ਭਾਬੀ ਨੇ 4 ਦਿਨ ਤੱਕ ਕੰਮ ਕੀਤਾ। ਉਸ ਦੇ ਬਾਅਦ ਉਹ ਪਰੇਸ਼ਾਨ ਹੋ ਗਈ। ਉਹਨਾਂ ਨੇ ਕਿਹਾ ਕਿ ਮੈਂ ਹੁਣ ਤੋਂ ਇਹ ਕੰਮ ਨਹੀਂ ਕਰਾਂਗੀ। ਇੱਕ ਤਾਂ ਮੇਰੇ ਪਤੀ ਨੂੰ ਤੁਸੀਂ ਬਾਹਰ ਭੇਜ ਦਿੱਤਾ ਹੈ, ਵਿਆਹ ਵਿੱਚ ਤਾਂ ਤੁਸੀਂ ਕੁਝ ਨਹੀਂ ਦੱਸਿਆ ਸੀ ਕਿ ਉਹ ਇੰਨੀ ਜਲਦੀ ਵਾਪਸ ਚਲੇ ਜਾਣਗੇ, ਤੇ ਉੱਪਰ ਤੋਂ ਮੇਰੇ ਤੋਂ ਘਰ ਦੇ ਕੰਮ ਕਰਵਾ ਰਹੇ ਹੋ। ਮੈਂ ਸਿਰਫ ਦਿਨ ਦਾ ਹੀ ਖਾਣਾ ਬਣਾਇਆ ਕਰਾਂਗੀ, ਰਾਤ ਦਾ ਖਾਣਾ ਮੈਂ ਨਹੀਂ ਬਣਾਉਂਗੀ। ਇਹ ਕਹਿ ਕੇ ਭਾਬੀ ਆਪਣੇ ਕਮਰੇ ਵਿੱਚ ਚਲੀ ਗਈ। ਮੇਰੀ ਮਾਂ ਬਹੁਤ ਸ਼ਾਂਤ ਤੇ ਸੁਲਝੀ ਹੋਈ ਸੀ। ਉਹ ਲੜਾਈ ਝਗੜੇ ਤੋਂ ਦੂਰ ਹੀ ਰਹਿਣਾ ਚਾਹੁੰਦੀ ਸੀ।
ਇਸ ਲਈ ਮਾਂ ਨੇ ਭਾਬੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਖੁਦ ਹੀ ਖਾਣਾ ਬਣਾਉਣ ਲੱਗੀ। ਫਿਰ ਭਾਬੀ ਨੂੰ ਦੁਬਾਰਾ ਉਹਨਾਂ ਨੇ ਕੁਝ ਨਹੀਂ ਕਿਹਾ। ਮੈਂ ਵੀ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਮੈਂ ਵੀ ਜਾਣ ਕੇ ਹੀ ਰਹਾਂਗਾ ਕਿ ਆਖਰ ਭਾਬੀ ਮੋਮਬੱਤੀ ਦਾ ਕਰਦੀ ਕੀ ਹੈ। ਵੈਸੇ ਵੀ ਭਾਬੀ ਨੇ ਖੁਦ ਹੀ ਕਿਹਾ ਸੀ ਕਿ ਮੈਂ ਆਪਣੇ ਕਮਰੇ ਦੀ ਖਿੜਕੀ ਖੋਲ ਦੇਵਾਂਗੀ ਤੇ ਤੂੰ ਖੁਦ ਦੇਖ ਲੈਣਾ। ਫਿਰ ਮੈਂ ਸੋਚ ਲਿਆ ਕਿ ਅੱਜ ਰਾਤ ਉਹਨਾਂ ਦੇ ਕਮਰੇ ਦੀ ਖਿੜਕੀ ਤੋਂ ਅੰਦਰ ਜ਼ਰੂਰ ਦੇਖਾਂਗਾ। ਉਹਨਾਂ ਦਾ ਕਮਰਾ ਸਭ ਤੋਂ ਸਾਈਡ ਵਿੱਚ ਬਣਿਆ ਹੋਇਆ ਸੀ। ਇਹ ਕਮਰਾ ਭਰਾ ਨੂੰ ਇਸ ਲਈ ਦਿੱਤਾ ਗਿਆ ਸੀ ਕਿ ਉਹਨਾਂ ਦਾ ਨਵਾਂ ਵਿਆਹ ਹੋਇਆ ਸੀ ਤਾਂ ਕਿ ਉਹ ਆਪਣਾ ਕੀਮਤੀ ਸਮਾਂ ਇਕੱਠੇ ਬਿਤਾ ਸਕਣ। ਮੈਨੂੰ ਭਾਬੀ ਦੇ ਕਮਰੇ ਵਿੱਚ ਦੇਖਣਾ ਤਾਂ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਰਾਤ ਦਾ ਸਮਾਂ ਸੀ। ਜੇ ਮੈਨੂੰ ਕੋਈ ਦੇਖ ਲੈਂਦਾ ਕਿ ਮੈਂ ਭਾਬੀ ਦੇ ਕਮਰੇ ਦੀ ਖਿੜਕੀ ਦੇ ਬਾਹਰ ਖੜਾ ਹਾਂ ਤਾਂ ਮੇਰੀ ਬਹੁਤ ਬੇਇੱਜ਼ਤੀ ਹੋ ਜਾਂਦੀ। ਮੰਮੀ ਤਾਂ ਪਤਾ ਨਹੀਂ ਮੈਨੂੰ ਕੀ ਗੱਲਾਂ ਸੁਣਾਉਂਦੀ। ਕਹਿੰਦੀ ਉਸ ਦਾ ਪਤੀ ਘਰ ਵਿੱਚ ਨਹੀਂ ਹੈ, ਤੂੰ ਕੌਣ ਹੁੰਦਾ ਹੈ ਰਾਤ ਦੇ ਸਮੇਂ ਉਸ ਦੇ ਕੋਲ ਜਾਣ ਵਾਲਾ। ਫਿਰ ਮੈਂ ਇੱਧਰ ਉੱਧਰ ਦੇਖਿਆ ਤਾਂ ਕੋਈ ਵੀ ਨਹੀਂ ਸੀ, ਪਰ ਜਦੋਂ ਮੈਂ ਖਿੜਕੀ ਕੋਲ ਗਿਆ ਤਾਂ ਖਿੜਕੀ ਬੰਦ ਸੀ, ਪਰ ਅੰਦਰ ਤੋਂ ਅਜੀਬੋ-ਗਰੀਬ ਆਵਾਜ਼ਾਂ ਆ ਰਹੀਆਂ ਸੀ। ਇਦਾਂ ਲੱਗ ਰਿਹਾ ਸੀ ਕਿ ਭਾਬੀ ਨੂੰ ਦਰਦ ਹੋ ਰਿਹਾ ਸੀ। ਮੈਂ ਹੈਰਾਨ ਸੀ ਕਿ ਭਾਬੀ ਇਦਾਂ ਦਾ ਕੀ ਕਰ ਰਹੀ ਹੈ। ਉਹ ਤਾਂ ਕਹਿ ਰਹੀ ਸੀ ਕਿ ਖਿੜਕੀ ਖੁੱਲ੍ਹੀ ਰੱਖਾਂਗੀ, ਪਰ ਉਹਨਾਂ ਨੇ ਨਹੀਂ ਖੋਲ੍ਹੀ ਸੀ। ਫਿਰ ਮੈਂ ਉੱਥੋਂ ਵਾਪਸ ਆਪਣੇ ਕਮਰੇ ਵਿੱਚ ਚਲਾ ਆਇਆ। ਸਵੇਰੇ ਮੈਂ ਭਾਬੀ ਨੂੰ ਕਿਹਾ, ਤੁਸੀਂ ਕੱਲ ਰਾਤ ਨੂੰ ਖਿੜਕੀ ਕਿਉਂ ਨਹੀਂ ਖੋਲ੍ਹੀ? ਉਹਨਾਂ ਨੇ ਕਿਹਾ, ਚੰਗਾ ਤਾਂ ਤੂੰ ਮੈਨੂੰ ਦੇਖਣ ਆਇਆ ਸੀ, ਮੈਂ ਤਾਂ ਬਸ ਤੇਰੇ ਨਾਲ ਮਜ਼ਾਕ ਕਰ ਰਹੀ ਸੀ, ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਕਮਰੇ ਵਿੱਚ ਝਾਕਦੇ? ਮੈਂ ਕਿਹਾ, ਨਹੀਂ ਭਾਬੀ, ਮੈਂ ਨਹੀਂ ਆਇਆ ਸੀ, ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਇਸ ਗੱਲ ਤੇ ਉਹ ਵੀ ਹੱਸਣ ਲੱਗੀ ਤੇ ਕਹਿਣ ਲੱਗੀ, ਕੋਈ ਗੱਲ ਨਹੀਂ, ਮੈਂ ਖਿੜਕੀ ਖੋਲ੍ਹਣਾ ਭੁੱਲ ਗਈ ਸੀ। ਮੈਨੂੰ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ। ਉਹਨਾਂ ਦੇ ਸੁਭਾਅ ਦਾ ਵੀ ਕੁਝ ਪਤਾ ਨਹੀਂ ਚੱਲਦਾ ਸੀ। ਕਦੇ ਕੋਈ ਅਜੀਬ ਜਿਹੀ ਗੱਲ ਕਰ ਦਿੰਦੀ ਤੇ ਕਹਿੰਦੀ ਮੈਂ ਮਜ਼ਾਕ ਕਰ ਰਹੀ ਹਾਂ। ਹੁਣ ਮੇਰੀ ਮਾਂ ਨੂੰ ਵੀ ਭਾਬੀ ਤੋਂ ਤਕਲੀਫ ਹੋਣ ਲੱਗੀ ਸੀ। ਉਹਨਾਂ ਦੀਆਂ ਹਰਕਤਾਂ ਤੇ ਮਾਂ ਨੂੰ ਗੁੱਸਾ ਆਉਣ ਲੱਗਾ ਸੀ। ਜੇ ਮੁਹੱਲੇ ਤੋਂ ਕੋਈ ਆਉਂਦਾ ਤਾਂ ਮੇਰੀ ਮਾਂ ਉਹਨਾਂ ਦੇ ਸਾਹਮਣੇ ਮੇਰੀ ਭਾਬੀ ਦੀਆਂ ਬੁਰਾਈਆਂ ਵੀ ਕਰਦੀ ਸੀ। ਫਿਰ ਮੁਹੱਲੇ ਵਾਲੇ ਮੇਰੀ ਮਾਂ ਨੂੰ ਕਹਿੰਦੇ ਸੀ ਕਿ ਤੂੰ ਤਾਂ ਬਹੁਤ ਕਿਸਮਤ ਵਾਲੀ ਹੈ ਜੋ ਤੈਨੂੰ ਇੰਨੀ ਸੋਹਣੀ ਨੂੰਹ ਮਿਲੀ ਹੈ। ਤਾਂ ਮੇਰੀ ਮਾਂ ਕਹਿੰਦੀ ਕਿ ਨਹੀਂ, ਤਨ ਦਾ ਸੋਹਣਾ ਹੋਣ ਤੋਂ ਜ਼ਰੂਰੀ ਹੈ ਮਨ ਦਾ ਸੋਹਣਾ ਹੋਣਾ। ਜਦਕਿ ਮਾਂ ਪਹਿਲਾਂ ਕਿਹਾ ਕਰਦੀ ਸੀ ਕਿ ਨੂੰਹ ਨੂੰ ਸੁੰਦਰ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਦੇਖੇ ਦੇਖਦਾ ਹੀ ਰਹਿ ਜਾਵੇ। ਘਰ ਦਾ ਕੰਮ ਤਾਂ ਅੱਜ ਕੱਲ੍ਹ ਕਿਸੇ ਵੀ ਕੁੜੀ ਨੂੰ ਨਹੀਂ ਆਉਂਦਾ। ਵਿਆਹ ਤੋਂ ਬਾਅਦ ਸਾਰੀਆਂ ਕੁੜੀਆਂ ਸਿੱਖ ਜਾਂਦੀਆਂ ਹਨ, ਪਰ ਹੁਣ ਮੇਰੀ ਮਾਂ ਦਾ ਨਜ਼ਰੀਆ ਬਦਲ ਗਿਆ ਸੀ। ਭਾਬੀ ਦੀ ਕੋਈ ਭੈਣ ਨਹੀਂ ਸੀ, ਪਰ ਉਹਨਾਂ ਦੀ ਭੂਆ ਦੀ ਇੱਕ ਕੁੜੀ ਸੀ। ਉਹ ਭਾਬੀ ਦੀ ਤਰ੍ਹਾਂ ਹੀ ਸੋਹਣੀ ਸੀ। ਮੇਰੀ ਮਾਂ ਪਹਿਲਾਂ ਕਹਿੰਦੀ ਸੀ ਉਸ ਦਾ ਰਿਸ਼ਤਾ ਮੇਰੇ ਨਾਲ ਕਰਨਾ ਹੈ, ਪਰ ਹੁਣ ਮੇਰੀ ਮਾਂ ਨੇ ਸਾਫ਼ ਮਨਾ ਕਰ ਦਿੱਤਾ ਸੀ ਤੇ ਮੈਨੂੰ ਵੀ ਕੋਈ ਸ਼ੌਂਕ ਨਹੀਂ ਸੀ ਕਿਉਂਕਿ ਭਾਬੀ ਦੇ ਵਰਗੀ ਹੀ ਉਸ ਦੀ ਭੈਣ ਹੋਵੇਗੀ ਤੇ ਮੈਂ ਭਾਬੀ ਵਰਗੀਆਂ ਕੁੜੀਆਂ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਸੀ। ਭਰਾ ਤਾਂ ਇੱਥੇ ਨਹੀਂ ਰਹਿੰਦਾ ਸੀ। ਜੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਭਾਬੀ ਕਿਸ ਤਰ੍ਹਾਂ ਦੀ ਹਰਕਤ ਕਰ ਰਹੀ ਹੈ ਤਾਂ ਉਹ ਵੀ ਹੈਰਾਨ ਹੁੰਦੇ ਤੇ ਪਰੇਸ਼ਾਨ ਵੀ। ਅਗਲੇ ਦਿਨ ਫਿਰ ਤੋਂ ਮੈਂ ਰਾਤ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅੱਜ ਭਾਬੀ ਦੇ ਕਮਰੇ ਦੀ ਖਿੜਕੀ ਖੁੱਲ੍ਹੀ ਰਹੇਗੀ, ਪਰ ਅੱਜ ਜਦੋਂ ਮੈਂ ਜਾਣ ਲੱਗਿਆ ਤਾਂ ਮੇਰੀ ਮਾਂ ਨੇ ਮੈਨੂੰ ਦੇਖ ਲਿਆ। ਉਹਨਾਂ ਨੇ ਕਿਹਾ, ਇਸ ਤਰ੍ਹਾਂ ਕਿੱਥੇ ਜਾ ਰਿਹਾ ਹੈ? ਮੈਂ ਕਿਹਾ, ਨੀਂਦ ਨਹੀਂ ਆ ਰਹੀ ਸੀ, ਇਸ ਲਈ ਵਿਹੜੇ ਵਿੱਚ ਥੋੜਾ ਜਿਹਾ ਘੁੰਮ ਲੈਂਦਾ ਹਾਂ। ਮੇਰੀ ਮਾਂ ਨੇ ਕਿਹਾ, ਘੁੰਮਣ ਤੋਂ ਚੰਗਾ ਪੜ੍ਹਾਈ ਕਰ ਲੈ, ਤੇਰੇ ਪੇਪਰ ਵੀ ਤਾਂ ਆਉਣ ਵਾਲੇ ਹਨ। ਉਹਨਾਂ ਨੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਿਆ। ਮਾਂ ਦੇ ਸੌਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੈਂ ਭਾਬੀ ਦੇ ਕਮਰੇ ਕੋਲ ਗਿਆ, ਪਰ ਕਮਰੇ ਦੀ ਖਿੜਕੀ ਅੱਜ ਵੀ ਬੰਦ ਸੀ ਤੇ ਉਹੀ ਆਵਾਜ਼ਾਂ ਆ ਰਹੀ ਸੀ। ਜਦੋਂ ਮੈਂ ਧਿਆਨ ਨਾਲ ਸੁਣਿਆ ਤਾਂ ਉਹ ਐਵੇਂ ਦੀ ਆਵਾਜ਼ ਸੀ ਜਿਵੇਂ ਕਿ ਭਾਬੀ ਕੋਈ ਤਕਲੀਫ ਵਿੱਚ ਹੋਵੇ। ਮੈਂ ਮਨ ਵਿੱਚ ਸੋਚਿਆ, ਕੀ ਹੋਇਆ? ਭਰਾ ਦੀ ਯਾਦ ਵਿੱਚ ਰੋ ਰਹੀ ਸੀ, ਪਰ ਵੈਸੇ ਤਾਂ ਉਹਨਾਂ ਦੀਆਂ ਹਰਕਤਾਂ ਤੋਂ ਇਦਾਂ ਨਹੀਂ ਲੱਗਦਾ ਸੀ ਕਿ ਉਹਨਾਂ ਨੂੰ ਭਰਾ ਦੀ ਯਾਦ ਆਉਂਦੀ ਹੈ। ਭਾਈ ਤਾਂ ਕਹਿੰਦਾ ਸੀ ਕਿ ਉਹ ਮੇਰੇ ਨਾਲ ਠੀਕ ਢੰਗ ਨਾਲ ਗੱਲ ਵੀ ਨਹੀਂ ਕਰਦੀ। ਇਹ ਆਵਾਜ਼ਾਂ ਕਿਉਂ ਆ ਰਹੀਆਂ ਸੀ? ਅੱਜ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ। ਅਗਲੇ ਦਿਨ ਮੈਂ ਭਾਬੀ ਨਾਲ ਉਸ ਬਾਰੇ ਕੋਈ ਗੱਲ ਨਹੀਂ ਕੀਤੀ। ਉਹ ਸ਼ਾਇਦ ਮੇਰੇ ਨਾਲ ਮਜ਼ਾਕ ਕਰ ਰਹੀ ਸੀ। ਰੋਜ਼ ਕਹਿੰਦੀ ਸੀ ਕਿ ਮੈਂ ਖਿੜਕੀ ਖੋਲ੍ਹ ਦੇਵਾਂਗੀ, ਪਰ ਖਿੜਕੀ ਨਹੀਂ ਖੁੱਲ੍ਹਦੀ ਸੀ ਤੇ ਮੈਂ ਹਰ ਰਾਤ ਚੋਰਾਂ ਦੀ ਤਰ੍ਹਾਂ ਉਹਨਾਂ ਦੇ ਕਮਰੇ ਕੋਲ ਜਾਂਦਾ ਸੀ। ਮੈਨੂੰ ਪਰੇਸ਼ਾਨੀ ਅਲੱਗ ਹੁੰਦੀ ਸੀ, ਪਰ ਅੱਜ ਮੈਂ ਸੋਚ ਲਿਆ ਸੀ ਕਿ ਮੈਂ ਇਹ ਸਭ ਕੁਝ ਆਪਣੇ ਦਿਮਾਗ ਤੋਂ ਕੱਢ ਦੇਵਾਂਗਾ। ਵੈਸੇ ਵੀ ਮੈਨੂੰ
ਉਹਨਾਂ ਦੀ ਜ਼ਿੰਦਗੀ ਵਿੱਚ ਬੋਲਣ ਦੀ ਜ਼ਰੂਰਤ ਨਹੀਂ ਸੀ, ਪਰ ਦੂਸਰੇ ਪਾਸੇ ਉਹ ਮੇਰੇ ਤੋਂ ਮੋਮਬੱਤੀ ਮੰਗਵਾ ਹੀ ਰਹੀ ਸੀ। ਇੱਕ ਦਿਨ ਭਰਾ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਉਹ ਹੁਣ ਹਮੇਸ਼ਾ ਲਈ ਆਪਣੇ ਘਰ ਵਾਪਸ ਆ ਜਾਣਗੇ ਤੇ ਇੱਥੇ ਆ ਕੇ ਇੱਕ ਚੰਗੀ ਜਿਹੀ ਕੰਪਨੀ ਵਿੱਚ ਨੌਕਰੀ ਕਰਨਗੇ ਤੇ ਹੁਣ ਉਹਨਾਂ ਦੇ ਆਉਣ ਵਿੱਚ ਜ਼ਿਆਦਾ ਦਿਨ ਨਹੀਂ ਸੀ। ਇਹ ਸੁਣ ਕੇ ਅਸੀਂ ਸਾਰੇ ਖੁਸ਼ ਹੋ ਗਏ, ਪਰ ਭਾਬੀ ਦੀ ਸ਼ਕਲ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਬਹੁਤ ਜ਼ਿਆਦਾ ਹੀ ਪਰੇਸ਼ਾਨ ਹੋ ਗਈ ਸੀ। ਉਹਨਾਂ ਦੇ ਚਿਹਰੇ ਤੇ ਬਿਲਕੁਲ ਵੀ ਖੁਸ਼ੀ ਨਹੀਂ ਸੀ। ਉਹਨਾਂ ਨੇ ਕਿਹਾ ਕਿ ਕੋਈ ਜ਼ਰੂਰਤ ਨਹੀਂ ਹੈ ਅਮਰ ਨੂੰ ਇੱਥੇ ਆਉਣ ਦੀ, ਵਿਦੇਸ਼ ਵਿੱਚ ਜ਼ਿਆਦਾ ਤਨਖਾਹ ਮਿਲਦੀ ਹੈ ਤੇ ਇੱਥੇ ਦੀ ਕੰਪਨੀ ਵਿੱਚ ਓਨਾ ਪੈਸਾ ਨਹੀਂ ਮਿਲੇਗਾ। ਲੋਕ ਤਾਂ ਪੈਸੇ ਦੇ ਪਿੱਛੇ ਭੱਜਦੇ ਹਨ ਤੇ ਉਹ ਪੈਸਾ ਛੱਡ ਕੇ ਆਉਣਗੇ, ਇਸ ਲਈ ਅਮਰ ਉੱਥੇ ਹੀ ਕੰਮ ਕਰੇਗਾ। ਜੇ ਕੰਮ ਨਹੀਂ ਕਰੇਗਾ ਤਾਂ ਪੈਸਾ ਕਿੱਥੋਂ ਆਵੇਗਾ? ਮੇਰੀ ਮਾਂ ਨੇ ਭਾਬੀ ਨੂੰ ਕਿਹਾ ਕਿ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੇਰਾ ਪਤੀ ਵਾਪਸ ਆ ਰਿਹਾ ਹੈ, ਪਰ ਤੈਨੂੰ ਤਾਂ ਕੰਮ ਤੇ ਪੈਸਿਆਂ ਦੀ ਪਈ ਹੈ। ਤਾਂ ਮੇਰੀ ਭਾਬੀ ਨੇ ਉਲਟਾ ਜਵਾਬ ਦਿੱਤਾ ਤੇ ਕਿਹਾ ਕਿ ਪੈਸੇ ਨਹੀਂ ਆਉਣਗੇ ਤਾਂ ਇਹ ਘਰ ਕਿਵੇਂ ਚੱਲੇਗਾ? ਤੁਹਾਡਾ ਛੋਟਾ ਮੁੰਡਾ ਤਾਂ ਕੋਈ ਕੰਮ ਕਰਦਾ ਨਹੀਂ ਹੈ, ਅਜੇ ਤਾਂ ਮੇਰੀ ਪੜ੍ਹਾਈ ਹੀ ਚੱਲ ਰਹੀ ਸੀ, ਤਾਂ ਮੈਂ ਕਿਵੇਂ ਕੋਈ ਨੌਕਰੀ ਕਰਦਾ? ਮੈਂ ਕੁਝ ਬੋਲਣ ਲੱਗਾ, ਪਰ ਮੇਰੀ ਮਾਂ ਨੇ ਮੈਨੂੰ ਚੁੱਪ ਕਰਾ ਦਿੱਤਾ ਤੇ ਕਿਹਾ ਕਿ ਇਹ ਆਪਣਾ ਰੰਗ ਦਿਖਾ ਰਹੀ ਹੈ ਤੇ ਇਸ ਨਾਲ ਘਰ ਦਾ ਮਾਹੌਲ ਖਰਾਬ ਹੋਵੇਗਾ। ਮੈਂ ਆਪਣੇ ਕਮਰੇ ਵਿੱਚ ਚਲਾ ਗਿਆ। ਮੈਂ ਖੁਸ਼ ਸੀ ਕਿ ਮਾਂ ਨੇ ਮੈਨੂੰ ਚੁੱਪ ਕਰਾ ਦਿੱਤਾ, ਕਿਉਂਕਿ ਪਤਾ ਨਹੀਂ ਉਸ ਸਮੇਂ ਮੈਨੂੰ ਕੀ ਹੋ ਗਿਆ ਸੀ ਤੇ ਮੈਂ ਬੋਲਣ ਵਾਲਾ ਸੀ। ਮੈਂ ਵੀ ਨਹੀਂ ਚਾਹੁੰਦਾ ਸੀ ਕਿ ਘਰ ਵਿੱਚ ਕੋਈ ਲੜਾਈ ਝਗੜਾ ਹੋਵੇ। ਦਿਨ ਪ੍ਰਤੀ ਦਿਨ ਮੇਰੀ ਭਾਬੀ ਆਪਣਾ ਰੰਗ ਦਿਖਾਉਣ ਲੱਗੀ ਸੀ। ਹੁਣ ਉਹ ਛੋਟੀ ਗੱਲ ਤੇ ਸਾਰਿਆਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਸੀ ਤੇ ਉਹ ਸਾਨੂੰ ਦੱਸਣ ਲੱਗੀ ਸੀ ਕਿ ਉਹ ਕਿਸ ਕਿਸਮ ਦੀ ਔਰਤ ਹੈ। ਮੈਂ ਆਪਣੀ ਭਾਬੀ ਤੋਂ ਦੂਰ ਰਹਿੰਦਾ ਸੀ। ਮੈਂ ਆਪਣੇ ਕੰਮ ਨਾਲ ਕੰਮ ਰੱਖਦਾ ਸੀ। ਉਹਨਾਂ ਨੇ ਜੋ ਕੁਝ ਵੀ ਬਾਹਰ ਤੋਂ ਮੰਗਵਾਉਣਾ ਹੁੰਦਾ ਸੀ ਉਹ ਮੈਂ ਲਿਆ ਕੇ ਉਹਨਾਂ ਨੂੰ ਦੇ ਦਿੰਦਾ ਸੀ। ਇੱਕ ਦਿਨ ਮੈਂ ਉਹਨਾਂ ਦੇ ਕਮਰੇ ਕੋਲ ਦੀ ਲੰਘ ਰਿਹਾ ਸੀ। ਰਾਤ ਦਾ ਸਮਾਂ ਸੀ। ਉਹਨਾਂ ਨੇ ਮੈਨੂੰ ਇਸ਼ਾਰਾ ਕੀਤਾ ਤੇ ਮੈਂ ਉਹਨਾਂ ਦੇ ਕਮਰੇ ਕੋਲ ਰੁਕ ਗਿਆ। ਥੋੜੀ ਦੇਰ ਬਾਅਦ ਮੈਂ ਵਾਪਸ ਜਾਣ ਲੱਗਾ, ਪਰ ਜਿਵੇਂ ਹੀ ਜਾਣ ਲੱਗਾ ਮੇਰੇ ਕਦਮ ਰੁਕ ਗਏ, ਕਿਉਂਕਿ ਭਾਬੀ ਨੇ ਆਪਣੇ ਕਮਰੇ ਦੀ ਖਿੜਕੀ ਖੋਲ੍ਹ ਦਿੱਤੀ ਸੀ। ਇਸ ਦਾ ਮਤਲਬ ਇਹ ਸੀ ਕਿ ਅੱਜ ਭਾਬੀ ਮਜ਼ਾਕ ਨਹੀਂ ਕਰ ਰਹੀ ਸੀ। ਖਿੜਕੀ ਖੁੱਲੀ ਹੋਈ ਸੀ ਤੇ ਮੈਂ ਅੰਦਰ ਝਾਕ ਕੇ ਦੇਖ ਰਿਹਾ ਸੀ। ਮੌਕਾ ਨਹੀਂ ਜਾਣ ਦੇਣਾ ਚਾਹੁੰਦਾ ਸੀ। ਜੇ ਮੈਨੂੰ ਉਹਨਾਂ ਦੀ ਕਮਜ਼ੋਰੀ ਪਤਾ ਲੱਗ ਜਾਂਦੀ ਤਾਂ ਮੈਂ ਆਪਣੇ ਭਰਾ ਤੇ ਮਾਂ ਨੂੰ ਸਭ ਕੁਝ ਦੱਸ ਦਿੰਦਾ, ਪਰ ਭਾਬੀ ਨੂੰ ਪਤਾ ਹੀ ਨਹੀਂ ਸੀ ਕਿ ਅੱਜ ਉਹਨਾਂ ਨੇ ਕਿੰਨੀ ਵੱਡੀ ਗਲਤੀ ਕਰ ਦਿੱਤੀ। ਹੁਣ ਮੇਰੇ ਦਿਲ ਵਿੱਚ ਉਹਨਾਂ ਦੇ ਲਈ ਬਿਲਕੁਲ ਵੀ ਇੱਜ਼ਤ ਨਹੀਂ ਸੀ। ਉਹ ਮੇਰੀ ਮਾਂ ਨਾਲ ਲੜਾਈ ਕਰਦੀ ਸੀ। ਮੈਂ ਅੱਗੇ ਗਿਆ ਤੇ ਬਹੁਤ ਹੈਰਾਨ ਵੀ ਸੀ ਕੀ ਹੋਣ ਵਾਲਾ ਹੈ। ਕਮਰੇ ਦੀ ਲਾਈਟ ਵੀ ਨਹੀਂ ਜਗ ਰਹੀ ਸੀ, ਇਸ ਲਈ ਮੈਨੂੰ ਠੀਕ ਦਿਖਾਈ ਨਹੀਂ ਦੇ ਰਿਹਾ ਸੀ। ਫਿਰ ਮੈਂ ਮੋਬਾਈਲ ਦੀ ਲਾਈਟ ਜਗਾ ਕੇ ਦੇਖਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਹੁਣ ਮੈਨੂੰ ਪਤਾ ਚੱਲ ਗਿਆ ਕਿ ਭਾਬੀ ਦੇ ਦਰਦ ਕਿਉਂ ਹੁੰਦਾ ਹੈ। ਭਾਬੀ ਮੋਮਬੱਤੀ ਜਲਾ ਕੇ ਤੇ ਉਸ ਨੂੰ ਪਿਘਲਾ ਕੇ ਆਪਣੇ ਚਿਹਰੇ ਤੇ ਅਤੇ ਹੱਥਾਂ ਤੇ ਲਗਾ ਰਹੀ ਸੀ। ਉਸਨੇ ਵੀ ਮੈਨੂੰ ਦੇਖ ਲਿਆ ਕਿ ਮੈਂ ਅੰਦਰ ਕਮਰੇ ਵਿੱਚ ਝਾਕ ਰਿਹਾ ਹਾਂ। ਉਹ ਮੈਨੂੰ ਅਜੀਬ ਨਜ਼ਰਾਂ ਨਾਲ ਵੇਖਣ ਲੱਗੀ। ਇਹ ਸਭ ਦੇਖ ਕੇ ਮੈਂ ਬਹੁਤ ਡਰ ਗਿਆ ਤੇ ਭੱਜਦੇ ਹੋਏ ਆਪਣੇ ਕਮਰੇ ਵਿੱਚ ਵਾਪਸ ਆ ਗਿਆ। ਅਗਲੀ ਸਵੇਰ ਭਾਬੀ ਨੇ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਮੈਂ ਕਿਹਾ, ਤੂੰ ਇਹ ਕੀ ਕਰ ਰਹੀ ਸੀ? ਉਹਨਾਂ ਨੇ ਕਿਹਾ, ਤੈਨੂੰ ਕੀ ਲੱਗਦਾ ਹੈ ਮੈਂ ਇੰਨੀ ਸੋਹਣੀ ਕਿਉਂ ਹਾਂ? ਮੈਂ ਰੋਜ਼ ਰਾਤ ਨੂੰ ਮੋਮਬੱਤੀ ਨੂੰ ਗਰਮ ਕਰਨ ਤੋਂ ਬਾਅਦ ਉਸ ਨੂੰ ਪਿਘਲਾ ਕੇ ਆਪਣੇ ਚਿਹਰੇ ਤੇ ਲਗਾਉਂਦੀ ਹਾਂ। ਉਹੀ ਕੱਲ ਰਾਤ ਨੂੰ ਵੀ ਲਗਾ ਰਹੀ ਸੀ ਤੇ ਇਸ ਦੀ ਵਜ੍ਹਾ ਨਾਲ ਮੇਰੇ ਚਿਹਰੇ ਤੋਂ ਸਾਰੀ ਗੰਦਗੀ ਉਤਰ ਜਾਂਦੀ ਹੈ। ਇਸ ਲਈ ਤਾਂ ਮੈਂ ਇੰਨੀ ਸੋਹਣੀ ਲੱਗਦੀ ਹਾਂ। ਮੈਂ ਸੋਚ ਲਿਆ ਸੀ ਕਿ ਭਾਬੀ ਪਾਗਲ ਹੈ ਤੇ ਦੁਬਾਰਾ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ। ਖੂਬਸੂਰਤੀ ਦੇ ਲਈ ਕੋਈ ਆਪਣੇ ਆਪ ਨੂੰ ਇੰਨਾ ਦਰਦ ਦਿੰਦਾ ਹੈ? ਜੋ ਇਨਸਾਨ ਆਪਣੇ ਆਪ ਦਾ ਨਹੀਂ ਹੁੰਦਾ ਉਹ ਕਿਸੇ ਦਾ ਨਹੀਂ ਹੁੰਦਾ। ਜਦੋਂ ਉਹ ਆਪਣੇ ਨਾਲ ਜ਼ੁਲਮ ਕਰ ਸਕਦੀ ਹੈ ਤਾਂ ਕੱਲ ਨੂੰ ਕਿਸੇ ਹੋਰ ਨਾਲ ਵੀ ਕਰ ਸਕਦੀ ਹੈ। ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ। ਭਰਾ ਕੁਝ ਦਿਨਾਂ ਬਾਅਦ ਘਰ ਵਾਪਸ ਆਇਆ। ਹੁਣ ਭਰਾ ਤੇ ਭਾਬੀ ਵਿੱਚ ਰੋਜ਼ ਝਗੜਾ ਹੋਣ ਲੱਗਿਆ ਸੀ। ਸ਼ਾਇਦ ਭਰਾ ਨੂੰ ਉਹਨਾਂ ਦੇ ਕਿਸੇ ਪੁਰਾਣੇ ਪਿਆਰ ਬਾਰੇ ਪਤਾ ਚੱਲ ਗਿਆ ਸੀ। ਭਰਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਇਸ ਕੁੜੀ ਨਾਲ ਨਹੀਂ ਰਹਾਂਗਾ, ਇਹ ਪਾਗਲ ਹੈ, ਇਸ ਦਾ ਦਿਮਾਗ ਖਰਾਬ ਹੈ। ਇਸ ਤਰ੍ਹਾਂ ਗੱਲ ਚਲਦੇ ਤਲਾਕ ਤੱਕ ਪਹੁੰਚ ਗਈ। ਅਸੀਂ ਸਭ ਨੇ ਕੋਸ਼ਿਸ਼ ਕੀਤੀ ਕਿ ਕਿਸੇ ਦਾ ਘਰ ਖਰਾਬ ਨਾ ਹੋਵੇ। ਭਰਾ ਨੂੰ ਸਭ ਨੇ ਬਹੁਤ ਸਮਝਾਇਆ। ਫਿਰ ਇੱਕ ਦਿਨ ਅਚਾਨਕ ਭਾਬੀ ਆਪਣੇ ਘਰ ਚਲੀ ਗਈ ਤੇ ਵਾਪਸ ਆਉਣ ਤੋਂ ਮਨਾ ਕਰ ਰਹੀ ਸੀ। ਅਸੀਂ ਸਾਰੇ ਭਾਬੀ ਨੂੰ ਸਮਝਾਉਣ ਲੱਗੇ, ਪਰ ਉਹ ਨਹੀਂ ਮੰਨੀ ਤੇ ਕੁਝ ਦਿਨ ਬਾਅਦ ਉਹਨਾਂ ਦੇ ਵੱਲੋਂ ਕੋਰਟ ਦਾ ਹੁਕਮ ਆ ਗਿਆ। ਉਹ ਮੇਰੇ ਭਰਾ ਤੋਂ ਤਲਾਕ ਲੈਣਾ ਚਾਹੁੰਦੀ ਸੀ।
ਹੁਣ ਮੇਰੇ ਭਰਾ ਨੂੰ ਵੀ ਗੁੱਸਾ ਆ ਗਿਆ ਤੇ ਮੇਰੇ ਭਰਾ ਨੇ ਕਿਹਾ ਕਿ ਮੈਂ ਵੀ ਤਾਂ ਇਸ ਤੋਂ ਤਲਾਕ ਹੀ ਲੈਣਾ ਚਾਹੁੰਦਾ ਹਾਂ। ਤੁਹਾਡੇ ਸਭ ਦੀ ਵਜ੍ਹਾ ਨਾਲ ਮੈਂ ਚੁੱਪ ਹੋ ਗਿਆ ਸੀ। ਫਿਰ ਦੋਵਾਂ ਦਾ ਤਲਾਕ ਹੋ ਗਿਆ। ਪਤਾ ਨਹੀਂ ਭਾਬੀ ਕਿਸ ਤਰ੍ਹਾਂ ਦੀ ਸੀ, ਉਹ ਕੀ ਚਾਹੁੰਦੀ ਸੀ। ਉਹਨਾਂ ਨੂੰ ਖੁਦ ਤੇ ਬਹੁਤ ਹੀ ਜ਼ਿਆਦਾ ਘਮੰਡ ਸੀ। ਮੇਰੇ ਭਰਾ ਨੇ ਮਾਂ ਨੂੰ ਕਿਹਾ, ਮੇਰੇ ਵਿਆਹ ਤੋਂ ਪਹਿਲਾਂ ਤੁਸੀਂ ਸਿਰਫ ਉਸ ਕੁੜੀ ਦੀ ਸੁੰਦਰਤਾ ਦੇਖੀ ਤੇ ਹੋਰ ਕੁਝ ਨਹੀਂ ਦੇਖਿਆ, ਜਦਕਿ ਤਨ ਤੋਂ ਮਨ ਦਾ ਸੁੰਦਰ ਹੋਣਾ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਮੁੰਡੇ ਕੁੜੀ ਦਾ ਵਿਆਹ ਕਰਨ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਕੁਝ ਦਿਨਾਂ ਬਾਅਦ ਮਾਂ ਨੇ ਚੰਗੀ ਤਰ੍ਹਾਂ ਪਤਾ ਕਰਕੇ ਇੱਕ ਚੰਗੀ ਜਿਹੀ ਕੁੜੀ ਨਾਲ ਭਰਾ ਦਾ ਵਿਆਹ ਕਰਾ ਦਿੱਤਾ। ਇਹ ਭਾਬੀ ਜ਼ਿਆਦਾ ਸੋਹਣੀ ਤਾਂ ਨਹੀਂ ਹੈ, ਪਰ ਉਹਨਾਂ ਦਾ ਸੁਭਾਅ ਬਹੁਤ ਹੀ ਚੰਗਾ ਹੈ। ਮੇਰਾ ਭਰਾ ਅਤੇ ਨਵੀਂ ਭਾਬੀ ਇਕੱਠੇ ਬਹੁਤ ਚੰਗੇ ਰਹਿੰਦੇ ਹਨ ਤੇ ਉਹਨਾਂ ਨੂੰ ਦੇਖ ਕੇ ਅਸੀਂ ਵੀ ਬਹੁਤ ਖੁਸ਼ ਹਾਂ। ਤੁਸੀਂ ਆਪਣੇ ਜੀਵਨ ਸਾਥੀ ਵਿੱਚ ਕੀ ਚੀਜ਼ ਪਸੰਦ ਕਰੋਗੇ, ਮਨ ਦੀ ਸੁੰਦਰਤਾ ਜਾਂ ਤਨ ਦੀ ਸੁੰਦਰਤਾ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।